This is the future. Future Point. This is the future. Future Point. This is the future. ਉੱਥੇ ਦਿੱਕਤ ਸਿਰਫ ਇੱਥੇ ਆਂਦੀ ਹੈ ਕਿ ਅੱਜ ਇੱਕ ਨਵਾਂ ਸੈਂਟਰ ਖੁੱਲਿਆ ਨਹੀਂ ਹੁੰਦਾ ਹਾਲੇ, This is the future. ਪ੍ਰੈਪਰੇਸ਼ਨ ਉਹਦੀ ਚੱਲ ਰਹੀ ਹੈ, ਅੰਡਰ ਕੰਸਟਰਕਸ਼ਨ ਸੈਂਟਰ ਚੱਲ ਰਿਹਾ, ਉਹਦੇ ਬੋਰਡ ਉਹਦੇ ਬਾਹਰ ਪਹਿਲਾਂ ਹੀ ਲੱਗ ਜਾਂਦਾ ਪੰਜਾਬ ਦਾ ਨੰਬਰ 1 ਇੰਸਟੀਚਿਊਟ। ਲੇਕਿਨ ਮੈਂ ਅਵੇਅਰ ਨਹੀਂ ਸੀ ਕਿ ਸਾਨੂੰ ਉੱਥੇ ਅਵਾਰਡ ਵੀ ਮਿਲਣਾ। ਬੈਸਟ ਇਮੀਗ੍ਰੇਸ਼ਨ ਕੰਸਲਟੈਂਟ ਦਾ ਅਵਾਰਡ 2010 ਦੇ ਵਿੱਚ ਦੈਨਿਕ ਭਾਸਕਰ ਵੱਲੋਂ ਮਿਲਿਆ ਸੀ। Future Point. This is the future. Future Point. This ਸਰ ਮੈਨੂੰ 15 ਸਾਲ ਹੋ ਗਏ ਨੇ ਅੱਜ ਇਸ ਇੰਡਸਟਰੀ ਦੇ ਵਿੱਚ। ਇਮੀਗ੍ਰੇਸ਼ਨ ਕੰਪਨੀ ਖੋਲੀਆਂ ਕਿ ਸਾਡੀ ਤਾਂ ਵੀਜ਼ਾ ਅਫਸਰ ਨਾਲ ਗੱਲਬਾਤ, ਤੁਸੀਂ ਜਾਓ ਐਮਬੈਸੀ ਪੂਰੀ ਗੱਲਬਾਤ, ਟੈਨਸ਼ਨ ਨਹੀਂ। ਕਿਸੇ ਵੀ ਕੰਸਲਟੈਂਟ ਨੂੰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਵੱਲੋਂ ਕੋਈ ਵੀ ਵੱਖਰੀ ਗਿੱਦੜ ਸਿੰਘੀ ਨਹੀਂ ਦਿੱਤੀ ਗਈ। Future Point. This is the future. Future Point. This is the future. Future Point. This is the future. ਕਿਸੇ ਕੰਟਰੀ ਦੇ ਵਿੱਚ ਜਾਣਾ, Future Point. ਉਹਦੇ ਵਿੱਚ ਕੱਕਾ ਕੰਸਲਟੈਂਟ, This ਕੰਟਰੀ, future. ਕੋਰਸ ਤੇ ਕੈਰੀਅਰ, ਇਹ 4 ਕੱਕਿਆਂ ਦਾ ਧਿਆਨ ਰੱਖਣਾ। ਕਪੂਰਥਲੇ ਦੀ ਗੱਲ ਕਰਾਂ, ਮੋਸਟਲੀ ਮੇਰੀ ਵਾਈਫ ਇੱਥੇ ਬੈਠਦੀ ਹੈ ਰੂਪਾਲੀ, ਉਹੀ ਪਬਲਿਕ ਡੀਲ ਕਰਦੀ ਹੈ। This is the future. Future Point. This is the future. Future Point. 420 ਵਾਲੀ ਸੀ ਡਾਕੂਮੈਂਟੇਸ਼ਨ, ਕਾਨੂੰਨ ਦੀ ਭਾਸ਼ਾ ਇਹਨੂੰ 400 ਵੀ ਕਹਿੰਦੇ ਆ, ਤੇ ਤੁਹਾਡੀ ਭਾਸ਼ਾ 'ਚ ਕੀ ਕਹਿੰਦੇ ਆ? 328 ਲੱਗ ਜਾਂਦੀ ਬੱਚੇ ਦੀ। 328 Future. Future Point. This is the future. Future Point. ਅਗਰ ਸਿਰਫ ਕਪੂਰਥਲਾ ਸਿਟੀ ਦੀ ਗੱਲ ਕਰੀਏ ਤੇ ਸਿਟੀ ਦੇ ਵਿੱਚ ਲਗਭਗ 65 ਤੋਂ 70 ਸੈਂਟਰ ਅਜਿਹੇ ਹੋਣਗੇ ਜਿਹੜੇ ਕਿ ਅਪਰੂਵਡ ਸੈਂਟਰ ਇੱਥੇ ਸਿਟੀ ਦੇ ਅੰਦਰ। ਜਿਨ੍ਹਾਂ ਦੇ ਯਾਨੀ ਕਿ ਸਾਈਟਸ ਦੇ ਉੱਪਰ ਨਹੀਂ ਚੜਿਆ ਡੀਸੀ ਡਿਪਾਰਟਮੈਂਟ ਦੀ ਸਾਈਟ ਤੇ, ਇਹ ਫੇਰ ਘਪਲਾ ਹੋ ਰਿਹਾ ਇਸ ਟਾਈਮ। This is the future. Future Point. This is the future. Future Point. ਸਤਿ ਸ਼੍ਰੀ ਅਕਾਲ ਜੀ, ਮੈਂ ਸੌਰਵ ਮੜੀਆ, ਐਕਟ 19 ਨਿਊਜ਼ ਟੀਵੀ ਲੈ ਕੇ ਆਇਆ। ਇਸ ਟਾਈਮ ਲੋਕਾਂ ਦੇ ਬੈਸਟ ਫਿਊਚਰ ਬਣਾਉਣ ਵਾਲੇ ਫਿਊਚਰ ਪੁਆਇੰਟ ਕੋਲ, ਉਹ ਜੋ ਕਿ ਬਹੁਤ ਪੁਰਾਣਾ 15 ਸਾਲ ਪੁਰਾਣਾ ਇਹ ਫਿਊਚਰ ਪੁਆਇੰਟ ਆ। ਮੇਰੇ ਨਾਲ ਜੁੜ ਚੁੱਕੇ ਨੇ ਸ਼੍ਰੀ ਲਵਿਸ਼ ਕਾਲੀਆ ਜੀ। ਨਮਸਕਾਰ ਸਰ। ਨਮਸਕਾਰ ਸੌਰਵ ਜੀ। ਪਹਿਲੀ ਗੱਲ ਤਾਂ ਸਰ ਤੁਹਾਨੂੰ ਬਹੁਤ ਮੁਬਾਰਕਾਂ ਕਿ ਤੁਸੀਂ 15 ਸਾਲ ਟਿਕੇ ਹੋਏ ਹੋ ਲੋਕਾਂ ਦੇ ਵਿਸ਼ਵਾਸ 'ਤੇ। ਥੈਂਕ ਯੂ ਸਰ, ਥੈਂਕਸ ਅ ਲੋਟ ਜੀ। ਔਰ ਹਰ ਇੱਕ ਬੰਦਾ ਕਹਿ ਰਿਹਾ ਮੈਂ ਪੰਜਾਬ ਦਾ ਨੰਬਰ 1 ਆ, ਪੰਜਾਬ ਦਾ ਨੰਬਰ 1 ਆ। ਨੰਬਰ 1 ਕੌਣ ਬਣਾਉਂਦਾ, ਕਿੱਦਾਂ ਬਣਦਾ? ਸਰੋ ਜੀ, ਬੜਾ ਵਧੀਆ ਕੁਐਸਚਨ ਤੁਸੀਂ ਪਹਿਲਾਂ ਹੀ ਚੱਕ ਲਿਆ ਵਾ, ਤੇ ਕਿ ਪੰਜਾਬ ਦਾ ਨੰਬਰ 1 ਕੌਣ ਬਣਾਉਂਦਾ ਤੇ ਕਿੱਦਾਂ ਬਣਾਉਂਦਾ। ਜੀ ਅੱਜ ਤੱਕ ਅਗਰ ਮੈਂ ਆਪਣੇ ਐਂਡ ਤੇ ਗੱਲ ਕਰਾਂ ਫਿਊਚਰ ਪੁਆਇੰਟ ਦੀ, ਤੇ 2011 ਤੋਂ ਲੈ ਕੇ 2019 ਤੱਕ, ਜੀ ਜਿਵੇਂ ਕਿ ਸਾਡੀ ਟ੍ਰੇਡ ਦੇ ਵਿੱਚ 2-3 ਫੰਕਸ਼ਨਿੰਗਸ ਹੁੰਦੀਆਂ ਨੇ। ਸਟੂਡੈਂਟ ਵੀਜ਼ਾ ਹੁੰਦਾ ਆ, ਟੂਰਿਸਟ ਵੀਜ਼ਾ ਹੁੰਦਾ ਆ, ਆਇਲਸ ਹੁੰਦੀ ਹੈ। ਸੋ ਆਇਲਸ ਦੇ ਵਿੱਚ ਤੇ ਬੈਸਟ ਸੈਂਟਰ ਦੀ ਅਚੀਵਮੈਂਟ ਮਿਲਦੀ ਮੈਂ ਬਹੁਤ ਸਾਰੇ ਸੈਂਟਰਾਂ ਨੂੰ ਵੀ ਦੇਖੀ ਹੈ ਤੇ ਸਾਨੂੰ ਵੀ ਮਿਲੀ ਹੈ। ਉਹ ਕਿੱਥੋਂ ਮਿਲਦੀ ਹੈ? ਉਹ ਮਿਲਦੀ ਹੈ ਆਇਲਸ ਤੋਂ। ਆਇਲਸ ਤੋਂ ਵੀ ਕਿੱਥੋਂ ਮਿਲਦੀ ਹੈ? ਆਇਲਸ ਦਾ ਪੇਪਰ ਕੰਡਕਟ ਕਰਨ ਵਾਲੀਆਂ 2 ਅਵਾਰਡਿੰਗ ਬੋਡੀਆਂ ਹੁੰਦੀਆਂ, 1 ਇਜ਼ ਬ੍ਰਿਟਿਸ਼ ਕਾਉਂਸਲ, ਸੈਕੰਡ 1 ਇਜ਼ IDP। ਸੋ IDP ਅਵਾਰਡ ਕਰਦੀ ਹੈ ਬਹੁਤ ਸਾਰੇ ਸੈਂਟਰਸ ਨੂੰ, ਉਹਨਾਂ ਦੀ ਨੰਬਰ ਆਫ ਸਟੂਡੈਂਟਸ ਦੇਖ ਕੇ, ਉਹਨਾਂ ਦੇ ਰਿਜ਼ਲਟਸ ਦੇਖ ਕੇ, ਜੋ ਵੀ ਸਿਸਟਮ ਹੁੰਦਾ ਉਹਨਾਂ ਦਾ ਆਪਣਾ ਕੈਲਕੂਲੇਸ਼ਨ ਦਾ, ਉਹਦੇ ਅਕੋਰਡਿੰਗਲੀ ਪਿਛਲੇ 2011 ਤੋਂ ਲੈ ਕੇ 19 ਤੱਕ, ਕਿਉਂਕਿ 20 ਦੀ ਅਵਾਰਡਿੰਗ ਫੰਕਸ਼ਨ ਡਿਊ ਟੂ ਕੋਵਿਡ ਪਿਛਲੇ ਸਾਲ ਹੋਈ ਨਹੀਂ ਤੇ ਹਾਲੇ ਤੱਕ ਉਹ ਹੋਈ ਨਹੀਂ ਆ, ਤੇ ਲਗਾਤਾਰ 9 ਸਾਲ ਤੋਂ ਤੇ IDP ਤੋਂ ਬੈਸਟ ਇੰਸਟੀਟਿਊਸ਼ਨ ਇਨ ਕਪੂਰਥਲਾ ਦਾ ਅਵਾਰਡ ਤੇ ਆਪਾਂ ਨੂੰ ਮਿਲਦਾ ਹੀ ਪਿਆ। ਈਵਨ ਸਾਨੂੰ 5 ਸਾਲ ਲਗਾਤਾਰ ਦੁਆਬਾ ਦੇ ਵਿੱਚ ਬੈਸਟ ਦਾ ਅਵਾਰਡ ਮਿਲਿਆ, 1 ਸਾਲ ਸਾਨੂੰ ਪੰਜਾਬ ਦੇ ਨੰਬਰ 1 ਦਾ ਅਵਾਰਡ ਮਿਲਿਆ। ਸਾਰੇ ਦੇ ਸਾਰੇ ਅਵਾਰਡ ਵਿਦ ਸਰਟੀਫਿਕੇਟਸ ਮੈਂ ਪ੍ਰੂਫ ਕਰਕੇ ਦਿਖਾ ਸਕਦਾ ਹਾਂ। ਇਹ ਤੇ ਮੈਂ ਜਿਵੇਂ ਤੁਸੀਂ ਦੱਸਿਆ ਕਿ 15 ਸਾਲ ਪੁਰਾਣੀ ਕੰਪਨੀ ਆ ਤੇ ਉਹ ਸਾਰੇ ਰਿਕਾਰਡ ਆ। ਸੋ ਅੱਜ ਸਿਰਫ ਗੱਲ ਜਿਹੜਾ ਤੁਸੀਂ ਸਵਾਲ ਹੀ ਪਹਿਲਾਂ ਉੱਦਾਂ ਦਾ ਚੱਕ ਲਿਆ, ਉਹਦੇ ਵਿੱਚ ਆਂਦਾ ਕਿ ਹਰ ਬੰਦਾ ਆਪਣੇ ਆਪ ਨੂੰ ਨੰਬਰ 1 ਅਵਾਰਡੀ ਕਿੱਥੇ ਕਹਿ ਦਿੰਦਾ। ਉੱਥੇ ਦਿੱਕਤ ਸਿਰਫ ਇੱਥੇ ਆਂਦੀ ਹੈ ਕਿ ਅੱਜ ਇੱਕ ਨਵਾਂ ਸੈਂਟਰ ਖੁੱਲਿਆ ਨਹੀਂ ਹੁੰਦਾ ਹਾਲੇ, ਪ੍ਰੈਪਰੇਸ਼ਨ ਉਹਦੀ ਚੱਲ ਰਹੀ ਆ, ਅੰਡਰ ਕੰਸਟਰਕਸ਼ਨ ਸੈਂਟਰ ਚੱਲ ਰਿਹਾ, ਉਹਦੇ ਬੋਰਡ ਉਹਦੇ ਬਾਹਰ ਪਹਿਲਾਂ ਹੀ ਲੱਗ ਜਾਂਦਾ ਪੰਜਾਬ ਦਾ ਨੰਬਰ 1 ਇੰਸਟੀਚਿਊਟ। ਸੋ ਉਹ ਚੀਜ਼ ਗਲਤ ਹੁੰਦੀ ਹੈ। ਉਹ ਇੱਕ ਸਿਰਫ ਜਗ ਲੁਭਾਵੀਂ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਲੋਕਾਂ ਨੂੰ ਲੁਭਾਉਣ ਵਾਸਤੇ ਇੱਕ ਚੀਜ਼ ਜਿਹੜੀ ਤਿਆਰ ਕੀਤੀ ਗਈ ਆ, ਉਹਦੇ ਵਿੱਚ ਸਿਰਫ ਉਹ ਹੁੰਦੀ ਆ। ਅਦਰਵਾਈਜ਼ ਇੱਦਾਂ ਦੀ ਕੋਈ ਵੀ ਜਿਹਦੇ ਕੋਲ ਵੀ ਕੋਈ ਵੀ ਅਵਾਰਡਿੰਗ ਹੈ ਉਹ ਸ਼ੋਅ ਕਰੇ, ਪ੍ਰੂਫ ਕਰੇ ਕਿ ਹਾਂ ਵੀ ਮੈਨੂੰ ਆਹ ਜਗ੍ਹਾ ਤੋਂ ਆਹ ਸਨਮਾਨ ਮਿਲਿਆ, ਦੈਟਸ ਇਟ। ਜਿਵੇਂ ਕਿ ਮੈਂ ਤੁਹਾਨੂੰ ਦੱਸਦਾ, ਇੱਕ ਵਾਰੀ ਦੈਨਿਕ ਭਾਸਕਰ ਨਿਊਜ਼ਪੇਪਰ ਆ, ਉਹਦਾ ਇੱਕ ਅਵਾਰਡ ਫੰਕਸ਼ਨ ਸੀਗਾ,
2010 ਦੀ ਗੱਲ ਆ ਸ਼ਾਇਦ, ਤੇ ਜਲੰਧਰ ਦੇ ਕਿਸੇ ਹੋਟਲ ਦੇ ਵਿੱਚ ਸੀਗਾ ਮੇਰੇ ਖਿਆਲ ਉਹ ਇਵੈਂਟ, ਤੇ ਮੈਂ ਵੀ ਉਸ ਇਵੈਂਟ ਦੇ ਵਿੱਚ ਸ਼ਾਮਿਲ ਸੀਗਾ, ਲੇਕਿਨ ਮੈਂ ਅਵੇਅਰ ਨਹੀਂ ਸੀ ਕਿ ਸਾਨੂੰ ਉੱਥੇ ਅਵਾਰਡ ਵੀ ਮਿਲਣਾ। ਬੈਸਟ ਇਮੀਗ੍ਰੇਸ਼ਨ ਕੰਸਲਟੈਂਟ ਦਾ ਅਵਾਰਡ 2010 ਦੇ ਵਿੱਚ ਦੈਨਿਕ ਭਾਸਕਰ ਵੱਲੋਂ ਮਿਲਿਆ ਸੀ, ਕੁਛ ਨਾ ਕੁਛ ਦੇਖ ਕੇ ਹੀ ਉਹਨਾਂ ਨੇ ਦਿੱਤਾ ਹੋਏਗਾ ਉਸ ਟਾਈਮ। ਸੋ ਉਹਨੂੰ ਤੇ ਮੈਂ ਯੂਜ਼ ਕਰਕੇ ਲਿਖਾਂ ਕਿ ਬੈਸਟ ਇਮੀਗ੍ਰੇਸ਼ਨ ਕੰਸਲਟੈਂਟ ਅਵਾਰਡਡ ਕਿੱਥੋਂ ਹੋਇਆ, ਅਵਾਰਡਡ ਬਾਏ, ਠੀਕ ਹੈ, ਕਿ ਇਸ ਬੰਦੇ ਨੇ ਸਾਨੂੰ ਅਵਾਰਡ ਕੀਤਾ ਇਸ ਟੈਗ ਦੇ ਨਾਲ। ਸੋ ਉੱਥੇ ਤੇ ਉਹ ਯੂਜ਼ ਹੁੰਦਾ ਹੈ, ਜਿੱਥੇ ਕੋਈ ਟੈਗ ਹੀ ਹੈ ਨਹੀਂ ਉਹ ਕਿਵੇਂ ਹੋ ਜਾਊਗਾ। ਤੁਸੀਂ ਇੱਥੇ ਆ ਕੇ ਆਪਣਾ ਕੀ ਫਿਊਚਰ ਸੋਚਦੇ ਹੋ? ਮੈਂ ਬਾਹਰ ਜਾਣਾ ਤੇ ਆਪਣੀ ਸਟੱਡੀ ਕੰਟੀਨਿਊ ਕਰਨੀ ਆ, ਤੇ ਇੱਥੇ ਬਹੁਤ ਵਧੀਆ ਟੀਚਰਸ ਪੜ੍ਹਾਉਂਦੇ ਆ, ਤੇ ਇਹ ਬਹੁਤ ਵਧੀਆ ਸੈਂਟਰ ਆ। ਔਰ ਬਾਕੀ ਵੀ ਇੱਥੇ ਕਾਫੀ ਹੈਗੇ ਸ਼ਹਿਰ ਦੇ ਵਿੱਚ, ਪਰ ਤੁਸੀਂ ਇੱਥੇ ਆਏ ਹੋ ਕੀ ਕਰਨ? ਬਿਕੋਜ਼ ਮਾਈ ਬ੍ਰਦਰ ਉੱਥੋਂ ਕਰ ਚੁੱਕੇ ਆ ਆਇਲਸ, ਉਹਨਾਂ ਦੇ ਬਹੁਤ ਅੱਛੇ ਬੈਂਡ ਆ ਚੁੱਕੇ ਨੇ, ਇਸ ਕਰਕੇ ਫਿਰ ਮੈਂ ਇਹ ਇੰਸਟੀਚਿਊਟ ਚੂਜ਼ ਕੀਤਾ। 1 ਮੰਥ ਹੋ ਗਏ ਮੈਨੂੰ ਕਰਦੇ ਹੋਏ, ਮੈਂ ਕਰ ਰਹੀ ਹਾਂ ਜੀ। ਹੁਣ ਤੱਕ ਕਿੰਨੇ ਕੁ ਤੁਹਾਡੇ ਕੋਲ ਆ ਕੇ ਆਪਣਾ ਫਿਊਚਰ ਸੈੱਟ ਕਰ ਚੁੱਕੇ ਵਿਦੇਸ਼ਾਂ ਵਿੱਚ? ਸਰ ਮੈਨੂੰ 15 ਸਾਲ ਹੋ ਗਏ ਨੇ ਅੱਜ ਇਸ ਇੰਡਸਟਰੀ ਦੇ ਵਿੱਚ। ਇਹਨਾਂ 15 ਸਾਲਾਂ ਦੇ ਵਿੱਚ ਅਸੀਂ ਕਦੀ ਵੀ ਆਪਣੀ ਨਾ ਸੈਂਟਰ ਦੀ ਕਾਊਂਟੇਬਿਲਟੀ ਨਹੀਂ ਲੈ ਕੇ ਚੱਲਦੇ ਨੰਬਰ ਆਫ ਸਟੂਡੈਂਟਸ ਨੂੰ ਲੈ ਕੇ। ਇੱਕ ਟਾਰਗੇਟ ਜ਼ਰੂਰ ਮਾਈਂਡ ਦੇ ਵਿੱਚ ਰੱਖਿਆ ਹੁੰਦਾ ਕਿ ਲਾਸਟ ਮੰਥ ਜਾਂ ਲਾਸਟ ਕੁਆਟਰ ਦੇ ਵਿੱਚ ਜਾਂ ਲਾਸਟ ਈਅਰ ਦੇ ਵਿੱਚ ਅਸੀਂ ਇੰਨਾ ਕੰਮ ਕੀਤਾ ਤੇ ਇਸ ਤੋਂ ਵਧਾ ਕੇ ਕਰਨਾ। ਐਂਡ ਕਦੀ ਵੀ ਇਹ ਚੀਜ਼ ਦੀ ਸੋਚ ਨਹੀਂ ਰੱਖੀ ਕਿ ਕੰਮ ਵਧਾਉਣ ਵਾਸਤੇ ਕੁਝ ਵੀ ਉਹਦੇ ਵਿੱਚ 0.1% ਗਲਤ ਕਰਨਾ। ਕਿਉਂ ਅੱਜ ਮੈਂ ਇੱਕ ਰੇਸ਼ੋ ਲੈ ਕੇ ਚੱਲਾਂਗਾ ਕਿ ਮੇਰੀ ਵੀਜ਼ਾ ਦੀ ਸਕਸੈਸ ਰੇਸ਼ੋ ਕਿੰਨੀ ਹੈ ਜੀ, ਮੈਂ ਕਹੂੰਗਾ 100 ਦੇ ਵਿੱਚੋਂ 90% ਆ। ਐਗਜ਼ਾਮਪਲ ਬਹੁਤ ਸਾਰੇ ਬੰਦੇ ਉਹ ਵੀ ਹੋਣਗੇ ਜਿਹੜੇ ਕਹਿਣਗੇ 100% ਆ, ਜਿਹੜੇ ਕਹਿਣਗੇ ਸਾਡੀ 50% ਜਾਂ 60% ਆ। ਲੇਕਿਨ ਜੇ ਮੈਂ 90 ਕਹਿੰਦਾ ਉਹਦੇ ਵਿੱਚ ਕੀ ਆ ਕਿ ਅਸੀਂ ਵੋਲੀਅਮ ਦੀ ਭੱਜ ਦੌੜ ਦੇ ਵਿੱਚ ਪਿੱਛੇ ਨਹੀਂ ਪੈਂਦੇ। 10 ਕੇਸ ਅਪਲਾਈ ਕਰ ਲਓ, 9 ਲੱਗ ਜਾਂਦੇ ਤੇ ਅਸੀਂ ਕਹਿੰਦੇ 90 ਆ, ਠੀਕ ਹੈ। 10 ਦੇ ਵਿੱਚੋਂ 8 ਲੱਗ ਜਾਣਗੇ, ਰਿਫਿਊਜ਼ਲ ਰੇਟ ਤੇ ਸਿਰਫ 2 ਬੱਚਿਆਂ ਦਾ ਨਾ ਐਗਜ਼ਾਮਪਲ ਲਈ, ਕਿਉਂਕਿ ਆਮ ਅ ਕੰਸਲਟੈਂਟ ਨਾਟ ਅ ਵੀਜ਼ਾ ਆਫਿਸਰ। ਬੱਚੇ ਦੀ ਇੱਕ ਚੰਗੇ ਢੰਗ ਦੇ ਨਾਲ ਫਾਈਲ ਪ੍ਰਿਪੇਅਰ ਕਰਕੇ ਇਮੀਗ੍ਰੇਸ਼ਨ ਆਫਿਸਰ ਦੇ ਅੱਗੇ ਪ੍ਰੈਜ਼ੈਂਟ ਕਰਨਾ ਮੇਰਾ ਕੰਮ ਆ, ਠੀਕ ਹੈ। ਬੱਚੇ ਦਾ ਵੀਜ਼ਾ ਲਗਵਾਉਣਾ ਮੇਰਾ ਕੰਮ ਆ। 0.1% ਉਹਦੀ ਕਿਸਮਤ ਦੇ ਵਿੱਚ ਉੱਥੇ ਦਾ ਅੰਜਲ ਨਹੀਂ ਲਿਖਿਆ ਤੇ ਉਹਦੇ ਵਿੱਚ ਮੈਂ ਵੀ ਕੁਝ ਨਹੀਂ ਕਰ ਸਕਦਾ। ਤੁਸੀਂ ਇੱਥੇ ਸਟੱਡੀ ਕਰਦੇ ਹੋ? ਹਾਂਜੀ। ਓਕੇ, ਕਿੰਨੇ ਦੇਰ ਹੋ ਗਈ ਇੱਥੇ? 2 ਮਹੀਨੇ ਹੋ ਗਏ। ਓਕੇ, ਕਿਸ ਤਰ੍ਹਾਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ। ਕਿੰਨਾ ਕੁ ਵਧੀਆ ਲੱਗ ਰਿਹਾ? ਕਿਉਂ ਲੱਗ ਰਿਹਾ? ਕਿਉਂਕਿ ਇੰਪਰੂਵਮੈਂਟ ਹੁੰਦੀ ਪਈ ਆ। ਤੁਸੀਂ ਕਹਿੰਦੇ ਕਿਸਮਤ ਉਹ ਚਲੋ ਇਹ ਅੰਜਲ ਆ, ਪਰ ਇੱਥੇ ਕਈ ਜ਼ਿਆਦਾਤਰ ਕਿਹਾ ਜਾਂਦਾ ਹੈ ਜਿਹੜੇ ਇਮੀਗ੍ਰੇਸ਼ਨ ਕੰਪਨੀਆਂ ਖੋਲ੍ਹੀਆਂ ਕਿ ਸਾਡੀ ਤਾਂ ਵੀਜ਼ਾ ਅਫਸਰ ਨਾਲ ਗੱਲਬਾਤ, ਤੁਸੀਂ ਜਾਓ ਮੈਸੇਜ ਪੂਰੀ ਗੱਲਬਾਤ, ਟੈਨਸ਼ਨ ਨਹੀਂ। ਇਹ ਜਿਹੜੀ ਇੱਕ ਵਰਡਿੰਗ ਆ ਨਾ, ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਆ ਸੌਰਵ ਜੀ, ਉਹ ਕਹਿੰਦੇ ਜੀ ਤੁਸੀਂ ਕਹਿ ਰਹੇ ਹੋ ਕਿ ਇਹ ਫਾਈਲ ਦੇ ਉੱਤੇ ਹੋਣਾ ਨਹੀਂ ਤੇ ਫਲਾਣੇ ਏਜੰਟ ਨੇ ਕਹਿ ਦਿੱਤਾ ਕਿ ਤੁਹਾਡਾ ਵੀਜ਼ਾ ਸਕਸੈਸਫੁਲੀ ਹੋ ਜਾਏਗਾ। ਉਹਦੇ ਵਿੱਚ ਨਾ ਇਮੀਗ੍ਰੇਸ਼ਨ ਦੇ ਰੂਲਸ ਜਿਹੜੇ ਨੇ, ਇਮੀਗ੍ਰੇਸ਼ਨ ਦੇ ਰੂਲਸ ਕਿਸੇ ਵੀ ਕੰਟਰੀ ਦੇ ਕਾਲਜਸ ਯੂਨੀਵਰਸਿਟੀਜ਼ ਨੂੰ ਲੈ ਕੇ ਵੀ ਉਹੀ ਨੇ ਤੇ ਕੰਸਲਟੈਂਟਸ ਨੂੰ ਲੈ ਕੇ ਵੀ ਉਹੀ ਨੇ। ਕਿਸੇ ਵੀ ਕੰਸਲਟੈਂਟ ਨੂੰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਵੱਲੋਂ ਕੋਈ ਵੀ ਵੱਖਰੀ ਗਿੱਦੜ ਸਿੰਘੀ ਨਹੀਂ ਦਿੱਤੀ ਗਈ ਜੀ, ਸਾਰਿਆਂ ਲਈ ਰੂਲਸ ਸੇਮ ਨੇ। ਸੋ ਜੇ ਮੇਰੇ ਲਈ ਉਹਦੀ ਕਲਾਇੰਟ ਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਐਲੀਜੀਬਿਲਟੀ ਨਹੀਂ ਬਣਦੀ ਤੇ ਫਰਦਰ ਦੂਸਰੇ ਕੰਸਲਟੈਂਟ ਦੇ ਅਕੋਰਡਿੰਗਲੀ ਵੀ ਨਹੀਂ ਬਣ ਸਕਦੀ, ਕਿਉਂਕਿ ਇਮੀਗ੍ਰੇਸ਼ਨ ਦੀਆਂ ਗਾਈਡਲਾਈਨਸ ਤੇ ਸੇਮ ਹੀ ਰਹਿਣੀਆਂ। ਉਹਦੇ ਵਿੱਚ ਕੀ ਹੋਏਗਾ, ਜਾਂ ਤੇ ਉਹਦੀ ਡਾਕੂਮੈਂਟ ਦੇ ਵਿੱਚ ਹੇਰ-ਫੇਰ ਕਰੇਗਾ ਜਾਂ ਕੋਈ ਹੋਰ ਤਰੀਕਾ ਬਣਾਏਗਾ, ਅਦਰਵਾਈਜ਼ ਉਹਦਾ ਵੀਜ਼ਾ ਨਹੀਂ ਬੱਚੇ ਦਾ ਲੱਗ ਸਕਦਾ। ਜੇ ਉਸ ਪ੍ਰੋਫਾਈਲ ਦੇ ਉੱਤੇ ਅਸੀਂ ਮਨਾ ਕਰ ਰਹੇ ਹਾਂ, ਕੋਈ ਹੋਰ ਹਾਂ ਕਰ ਰਿਹਾ ਵਾ, ਤੇ ਨੈਚੁਰਲ ਆ ਕੋਈ ਨਾ ਕੋਈ ਡਾਕੂਮੈਂਟੇਸ਼ਨ ਨਾਲ ਛੇੜਖਾਨੀ ਕਰਕੇ ਉਸ ਬੱਚੇ ਦੇ ਫਿਊਚਰ ਦੇ ਨਾਲ ਵੀ ਖੇਡੇਗਾ ਤੇ ਇਮੀਗ੍ਰੇਸ਼ਨ ਦੇ ਨਾਲ ਵੀ ਖੇਡੇਗਾ। ਮੈਮ ਤੁਸੀਂ ਇੱਥੇ ਟੀਚਰ ਹੋ? ਹਾਂਜੀ ਜੀ। ਔਰ ਬੱਚਿਆਂ ਨੂੰ ਕਿਸ ਤਰ੍ਹਾਂ ਤੁਸੀਂ ਗਾਈਡ ਕਰਦੇ ਹੋ ਜਿਹੜੇ ਫਰੈਸ਼ ਹੀ ਆਏ ਹੁੰਦੇ ਆ? ਅਸੀਂ ਉਹਨਾਂ ਨੂੰ ਪ੍ਰੋਪਰ ਦੱਸਦੇ ਹਾਂ ਹਰ ਇੱਕ ਮੋਡਿਊਲ ਬਾਰੇ, ਉਹਨਾਂ ਨੂੰ ਪ੍ਰੋਪਰ ਡਿਟੇਲਸ ਦਿੰਦੇ ਹਾਂ, ਜਿਹੜੀ ਉਹਨਾਂ ਦੀ ਵੀਕਨੈਸ ਦਾ ਏਰੀਆ ਹੁੰਦਾ ਉਹਦੇ ਤੇ ਵਰਕ ਕਰੀਦਾ। ਹਾਂਜੀ। ਔਰ ਬੱਚੇ ਤਾਂ ਬੱਚੇ ਹੁੰਦੇ ਆ, ਫਰੈਸ਼ ਮਾਈਂਡ ਆ, ਤੇ ਕਈ ਵਾਰ ਉਲਝਣ ਵਾਲੇ ਸਵਾਲ ਪੁੱਛਦੇ ਆ, ਫਲਾਨਾ ਸੈਂਟਰ ਇਹ ਸੈਂਟਰ, ਫਿਰ ਤੁਸੀਂ ਕਿੱਦਾਂ ਉਹਨਾਂ ਨੂੰ ਮੋਡੀਫਾਈ ਕਰਦੇ ਹੋ? ਅਸੀਂ ਉਹਨਾਂ ਨੂੰ ਇਹ ਦੱਸੀਦਾ ਵਾ ਕਿ ਮਤਲਬ ਕੁਆਲਿਟੀ ਤੇ ਕੰਮ ਕਰਨਾ ਹੈ। ਮਤਲਬ ਜੇ ਉਹਨਾਂ ਨੂੰ ਕੋਈ ਡਾਊਟ ਆ ਰਿਹਾ ਤੇ ਆਪਾਂ ਉਹਨਾਂ ਨੂੰ ਭਾਵੇਂ ਉਹ 4 ਵਾਰ ਪੁੱਛਣ ਭਾਵੇਂ 5 ਵਾਰ ਪੁੱਛਣ, ਆਪਾਂ ਉਹਨਾਂ ਦੇ ਡਾਊਟਸ ਕਲੀਅਰ ਕਰਨੇ ਆ। ਸੋ ਇਸ ਚੀਜ਼ ਤੇ ਆਪਾਂ ਧਿਆਨ ਦੇਈਦਾ। ਆਪਾਂ ਇਹ ਨਹੀਂ ਹੈ ਕਿ ਆਪਾਂ ਨੂੰ ਜਲਦੀ ਖਤਮ ਕਰਨੀ ਕੋਈ ਚੀਜ਼, ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਉਸ ਚੀਜ਼ ਨੂੰ ਵਰਕ ਕਰਨਾ, ਚਾਹੇ ਉਹਨਾਂ ਨੂੰ ਜਿੰਨਾ ਮਰਜ਼ੀ ਟਾਈਮ ਲੱਗੇ, ਭਾਵੇਂ ਉਹ ਬੱਚਾ ਇੰਨੀ ਵਾਰੀ ਡਾਊਟ ਪੁੱਛਦਾ ਤੇ ਆਪਾਂ ਉਹਨੂੰ ਪੇਸ਼ੈਂਸ ਨਾਲ ਦੱਸੀਦਾ ਵਾ ਸਾਰਾ ਕੁਝ। ਪਰ ਬੱਚਾ ਜਿਹੜਾ ਤੁਹਾਡੇ ਕੋਲ ਆਵੇਗਾ ਕਿਸ ਹਿਸਾਬ ਨਾਲ ਆਵੇ, ਕਿੰਦਾ ਸੈਂਟਰ ਚੂਜ਼ ਕਰੇ? ਸਰ ਦੇਖੋ, ਬੱਚਾ ਅੱਜ ਦੀ ਡੇਟ ਦੇ ਵਿੱਚ ਖਾਸ ਕਰਕੇ ਮੇਰਾ ਆਪਣਾ ਹੋਮ ਟਾਊਨ ਕਪੂਰਥਲਾ ਹੈ, ਅਸੀਂ ਡਿਫਰੈਂਟ ਜਗ੍ਹਾ ਦੇ ਵਿੱਚ ਬ੍ਰਾਂਚਿਸ ਚਲਾਉਂਦੇ ਹਾਂ, ਜਲੰਧਰ ਚਲਾਉਂਦੇ ਹਾਂ, ਦਸੂਹਾ ਚਲਾਉਂਦੇ ਹਾਂ, ਪਲੱਥ ਚਲਾਉਂਦੇ ਹਾਂ, ਠੀਕ ਹੈ। ਸੋ ਮੈਂ ਹੋਮ ਟਾਊਨ ਦੀ ਸਭ ਤੋਂ ਪਹਿਲਾਂ ਗੱਲ ਕਰਾਂਗਾ, ਕਿਉਂਕਿ ਹਰ ਬੰਦੇ ਨੂੰ ਸਭ ਤੋਂ ਪਹਿਲਾਂ ਆਪਣਾ ਘਰ ਪਿਆਰਾ ਹੁੰਦਾ ਜੀ। ਬਾਕੀ ਵੀ ਸੈਂਟਰ ਆਪਣੇ ਆ, ਉੱਥੋਂ ਸਾਡੀ ਵੀ ਘਰ ਦੀ ਰੋਜੀ ਰੋਟੀ ਚੱਲਦੀ, ਸਭ ਕੁਝ ਚੱਲਦਾ।
ਹਰ ਬੱਚੇ ਨੂੰ ਇੱਕੋ ਹੀ ਚੀਜ਼ ਕਿ ਤੁਸੀਂ ਕਦੀ ਵੀ ਕਿਸੇ ਕੰਟਰੀ ਦੇ ਵਿੱਚ ਜਾਣਾ, ਉਹਦੇ ਵਿੱਚ ਕੱਕਾ ਕੰਸਲਟੈਂਟ, ਕੰਟਰੀ, ਕੋਰਸ ਤੇ ਕੈਰੀਅਰ, ਇਹ 4 ਕੱਕਿਆਂ ਦਾ ਧਿਆਨ ਰੱਖਣਾ ਕਿ ਇਹ 4 ਕੱਕੇ ਕਿੱਥੇ ਕਿੱਥੇ ਜ਼ਿੰਦਗੀ ਦੇ ਵਿੱਚ ਆਪਣੇ ਕੰਮ ਆਉਣਗੇ। ਉਸ ਕੰਸਲਟੈਂਟ ਦੇ ਕੋਲ ਕੀ ਤਜਰਬਾ ਆ, ਕੀ ਉਹ ਕੰਸਲਟੈਂਟ ਨੇ ਪਿਛਲੇ ਸਾਲ ਦੇ ਵਿੱਚ ਕਿੰਨੀਆਂ ਫਾਈਲਾਂ ਲਗਾਈਆਂ, ਕੀ ਉਹਦੀ ਸਕਸੈਸ ਰੇਸ਼ੋ ਆ। ਸਿਰਫ ਬੋਰਡ ਦੇ ਉੱਤੇ ਲਿਖਣ ਦੇ ਨਾਲ ਨਹੀਂ ਹੋਣਾ ਕਿ ਮੈਂ 1000 ਵੀਜ਼ੇ ਲਵਾਤੇ ਤੇ ਆਹ ਕਰਤਾ ਤੇ ਆਹ ਕਰਤਾ। ਨੋ, ਮੈਂ ਨਹੀਂ ਕਹਿੰਦਾ ਕਦੀ ਵੀ ਅਸੀਂ 1000 ਵੀਜ਼ਾ ਲਵਾਇਆ, ਮੈਂ ਕਹਿੰਦਾ ਪਿਛਲੇ ਮਹੀਨੇ ਅਸੀਂ 4 ਵੀਜ਼ੇ ਲਵਾਏ ਸੀ, 4 ਹੀ ਦੇਖ ਲਾ ਭਰਾ। ਸੋ ਕੰਸਲਟੈਂਟ ਚੂਜ਼ ਕਰਨ ਲੱਗੇ ਜ਼ਰੂਰ ਦੇਖੋ ਕਿ ਉਹਦੀਆਂ 올ਡ ਸਟੋਰੀਜ਼ ਕੀ ਨੇ। ਫਿਰ ਉਸ ਤੋਂ ਵੀ ਵੱਡੀ ਚੀਜ਼ ਜਿਹੜੀ ਕਿ ਉਹਦੇ ਕੋਲ ਡਾਇਰੈਕਟ ਟਾਈ ਅਪਸ ਦੇ ਵਿੱਚ ਕਾਲਜਿਸ ਐਂਡ ਯੂਨੀਵਰਸਿਟੀਜ਼ ਕੀ ਨੇ। ਫਿਰ ਉਹਦੇ ਕੋਲ ਕਿੰਨੀਆਂ ਕਿ ਕਿਸੇ ਅੰਬੈਸੀ ਤੋਂ ਉਹਦੇ ਕੋਲ ਕੋਈ ਸਰਟੀਫਿਕੇਸ਼ਨ ਹੈ। ਮੈਂ ਬੀਇੰਗ ਆਪਣੀ ਗੱਲ ਕਰਾਂਗਾ, ਸਾਡੇ ਸੈਂਟਰ ਦੇ ਵਿੱਚ ਇੱਥੇ ਕਪੂਰਥਲੇ ਦੀ ਗੱਲ ਕਰਾਂ, ਮੋਸਟਲੀ ਮੇਰੀ ਵਾਈਫ ਇੱਥੇ ਬੈਠਦੀ ਆ ਰੂਪਾਲੀ, ਉਹੀ ਪਬਲਿਕ ਡੀਲ ਕਰਦੀ ਆ। ਸੋ ਇੱਕ ਸਰਟੀਫਿਕੇਸ਼ਨ ਮਿਲਦੀ ਆ ਆਸਟ੍ਰੇਲੀਅਨ ਹਾਈ ਕਮਿਸ਼ਨ ਤੋਂ। ਮੈਂ ਕਪੂਰਥਲੇ ਦੀ ਗੱਲ ਕਰ ਰਿਹਾ, ਸਰਟੀਫਿਕੇਸ਼ਨ ਮਿਲਦੀ ਆਸਟ੍ਰੇਲੀਅਨ ਹਾਈ ਕਮਿਸ਼ਨ ਤੋਂ। ਆਸਟ੍ਰੇਲੀਆ ਦੀ ਐਡ ਬਹੁਤ ਸਾਰੇ ਏਜੰਟ ਦਿੰਦੇ ਆ। ਕਪੂਰਥਲੇ ਦੇ ਵਿੱਚ ਸਿਰਫ ਮੈਂ ਤੇ ਮੇਰੀ ਵਾਈਫ ਦੋਨਾਂ ਦੇ ਮੈਂ ਤੁਹਾਨੂੰ ਸਰਟੀਫਿਕੇਟ ਦਿੰਦਾ। ਆਸਟ੍ਰੇਲੀਅਨ ਹਾਈ ਕਮਿਸ਼ਨ ਤੋਂ QEAC ਦੇ ਸਰਟੀਫਿਕੇਟ ਸਾਨੂੰ ਮਿਲੇ ਹੋਏ। ਉਹਦਾ ਐਗਜ਼ਾਮ ਹੁੰਦਾ ਈਵਨ ਐਮਬੈਸੀ ਦੇ ਅੰਦਰ। ਅੱਜ ਦੀ ਡੇਟ 'ਚ ਆਨਲਾਈਨ ਹੁੰਦਾ, ਜਿਸ ਦਿਨ ਅਸੀਂ ਦਿੱਤਾ ਸੀ ਉਸ ਦਿਨ ਐਮਬੈਸੀ ਦੇ ਅੰਦਰ ਤੁਸੀਂ ਡੇਟ ਚੈੱਕ ਕਰ ਸਕਦੇ ਹੋ। QEAC that is stands for ਕੁਆਲੀਫਾਈਡ ਐਜੂਕੇਸ਼ਨ ਏਜੰਟ ਕਾਉਂਸਲਰ, ਜਿਹੜੇ ਕਿ ਅੰਬੈਸੀ ਆਪਣਾ ਇੱਕ ਐਗਜ਼ਾਮ ਲੈਂਦੀ ਆ। ਉਹ ਅੰਬੈਸੀ ਨੇ ਹੀ ਸਰਟੀਫਿਕੇਟ ਦਿੱਤਾ। ਕਪੂਰਥਲੇ ਦੇ ਵਿੱਚ ਮੈਂ ਚੈਲੰਜ ਨਾ ਕਹਿਣਾ, ਕੋਈ ਵੀ ਬੰਦਾ ਉਹ ਸਰਟੀਫਿਕੇਟ ਦਿਖਾ ਦੇਵੇ ਤੇ ਮੈਂ ਉਸ ਦਿਨ ਤੋਂ ਇਹ ਕਹਿਣਾ ਬੰਦ ਕਰ ਦਾਂਗਾ ਕਿ ਸਾਡੇ ਇਕਲੌਤਿਆਂ ਦੇ ਕੋਲ ਹੈਗਾ। ਤੁਸੀਂ ਤੇ ਸਟੱਡੀ ਕਰਦੇ ਹੋ, ਤੁਹਾਨੂੰ ਬਾਕੀ ਸੈਂਟਰਸ ਤੇ ਇਸ ਸੈਂਟਰ ਦੇ ਵਿੱਚ ਕੀ ਫਰਕ ਨਜ਼ਰ ਆਇਆ? ਮੈਂ ਵਧੀਆ ਕਰਾ ਰਹੇ ਨੇ, ਜੋ ਵੀ ਕਰਵਾ ਰਹੇ ਨੇ ਸਟਾਰਟਿੰਗ ਤੋਂ ਹੀ ਜੀ ਯੈਸ, ਸਮਝ ਆ ਰਿਹਾ ਹੈ कैसे करवा रहे हैं। ਜੀ ਜੀ। ਔਰ ਟੀਚਰ ਤੁਹਾਨੂੰ ਪ੍ਰੋਪਰ ਗਾਈਡ ਕਰਦੇ ਨੇ? ਯੈਸ ਸਰ, ਟੀਚਰ ਸਾਨੂੰ ਪ੍ਰੋਪਰ ਗਾਈਡ ਕਰਦੇ ਨੇ। ਸਰ ਜਿਹੜੇ ਕਾਗਜ਼ ਕਾਰਵਾਈ ਕਰਦੇ ਆ, ਡਾਕੂਮੈਂਟੇਸ਼ਨਸ ਹੁੰਦੀਆਂ, ਇਹਦੇ ਵਿੱਚ ਹੇਰ ਫੇਰ ਬੜੀ ਕਰਦੇ ਆ, ਉਹ ਕਿਸ ਤਰ੍ਹਾਂ ਹੁੰਦੀ ਆ? ਸਰ ਜਿਵੇਂ ਤੁਹਾਡਾ ਲਾਸਟ ਪੁਆਇੰਟ ਸੀਗਾ ਨਾ ਕਿ ਬੱਚੇ ਦਾ ਵੀਜ਼ਾ ਜਦੋਂ ਇੱਥੋਂ ਤੁਸੀਂ ਮਨਾ ਕਰ ਦਿੰਦੇ ਹੋ ਜਾਂ ਦੂਸਰੇ ਏਜੰਟ ਕੋਲੋਂ ਲੱਗ ਜਾਂਦਾ ਜਾਂ ਕੀ ਹੈ, ਉਹਦੇ ਵਿੱਚ ਇੱਕ ਚੀਜ਼ ਮੈਂ ਉਹਨਾਂ ਸਟੂਡੈਂਟਸ ਨੂੰ ਤੇ ਸਟੂਡੈਂਟਸ ਦੇ ਪੇਰੈਂਟਸ ਨੂੰ ਜ਼ਰੂਰ ਕਹਿਣੀ ਚਾਹਾਂਗਾ ਕਿ ਅੱਜ ਦੀ ਡੇਟ ਦੇ ਵਿੱਚ ਜਾਂ ਅੱਜ ਤੋਂ ਪਹਿਲਾਂ ਵੀ ਬਹੁਤ ਸਾਰੇ ਬੱਚਿਆਂ ਨੇ ਆਪਣੇ ਡਾਕੂਮੈਂਟੇਸ਼ਨ ਦੇ ਉੱਤੇ ਬੈਨ ਲਗਵਾਏ ਆ। ਜੋ ਕੈਨੇਡਾ ਦੇ ਵਿੱਚ ਰਿਪਰੈਜ਼ੈਂਟ ਹੋਇਆ ਸੀ 5 ਸਾਲ ਦਾ ਬੈਨ ਸੀ, ਜੇ UK ਦੇ ਵਿੱਚ ਉਹ ਅਪਲਾਈ ਹੋਇਆ ਸੀ ਤੇ 10 ਸਾਲ ਦਾ ਬੈਨ ਬੱਚੇ ਦਾ ਲੱਗਾ ਸੀ। ਉਹ ਕਿਵੇਂ ਲੱਗਦਾ ਆ? ਇੱਕ ਬੱਚੇ ਦੀ ਪਰਸੈਂਟੇਜ ਕਿੰਨੀ ਹੈਗੀ ਆ? 50-52% ਆ। ਬੱਚਾ ਸਾਡੇ ਕੋਲ ਆਇਆ ਜੀ, ਮੇਰੇ ਆਇਲਸ ਦੇ 6 ਬੈਂਡ ਆ, ਮੇਰਾ ਅਪਲਾਈ ਕਰ ਦਿਓ। ਉਹਦੀ ਪਰਸੈਂਟੇਜ ਦੇ ਅਕੋਰਡਿੰਗਲੀ ਜੀ ਉਹਦੀ ਐਲੀਜੀਬਿਲਟੀ ਨਹੀਂ ਬਣਦੀ। ਫਲਾਣਾ ਕੋਈ ਏਜੰਟ ਹੁੰਦਾ ਆ, ਉਹ ਕਹਿੰਦਾ ਤੇਰਾ ਵੀਜ਼ਾ ਲੱਗ ਜਾਏਗਾ। ਉਹ ਬੱਚੇ ਨੂੰ ਇਹ ਨਹੀਂ ਦੱਸਦਾ ਪਿਆ ਕਿ ਬੱਚੇ ਦੀ ਜਿਹੜੀ ਅਕੈਡਮਿਕ ਬੈਕਗਰਾਉਂਡ ਆ, ਜਿਹੜੀ ਉਹਦੀ 10th ਤੇ 12th ਆ, ਉਹਦੇ ਪਰਸੈਂਟੇਜ ਦੇ ਵਿੱਚ ਉਹ ਹੇਰ ਫੇਰ ਕਰਦਾ ਉਹਦੀ ਐਡੀਟਿੰਗ ਕਰਕੇ। ਜੀ ਜੀ। ਉਹ ਇਮੀਗ੍ਰੇਸ਼ਨ ਨੂੰ ਸੈਂਡ ਕਰਦਾ ਆ। 0.1% ਬੱਚੇ ਦੀ ਕਿਸਮਤ ਬੜੀ ਧਨੀ ਸੀ ਤੇ ਉਹ ਕਿਤੇ ਨਿਕਲ ਗਿਆ ਆਪਣੀ ਕਿਸਮਤ ਦੇ ਤਰੀਕੇ ਦੇ ਨਾਲ। ਅਦਰਵਾਈਜ਼ ਜੇ ਉਹਦੀ ਡਾਕੂਮੈਂਟੇਸ਼ਨ ਉਹ ਹੇਰ ਫੇਰ ਵਾਲੀ ਸੀ, 420 ਵਾਲੀ ਸੀ ਡਾਕੂਮੈਂਟੇਸ਼ਨ, ਉਹ ਜਿੱਥੇ ਵੀ ਜਦੋਂ ਅੰਦਰ ਜਾਂਦੀ ਆ ਬੱਚੇ ਦਾ ਵੀਜ਼ਾ ਹੋ ਜਾਂਦਾ ਰਿਫਿਊਜ਼। ਇੱਕ ਉਸ ਬੰਦੇ ਨੇ ਬੱਚੇ ਦੇ ਨਾਲ ਪਹਿਲਾਂ ਧੋਖਾ ਕੀਤਾ, ਉਹਨੂੰ ਆ ਡਾਕੂਮੈਂਟੇਸ਼ਨ ਲੁਕੋ ਕੇ। ਸੈਕੰਡਲੀ ਬੱਚੇ ਨੂੰ ਕੱਲ ਕਿਤੇ ਹੋਰ ਕਿਸੇ ਅੰਬੈਸੀ ਦੇ ਵਿੱਚ ਜਾ ਕੇ ਅਪਲਾਈ ਕਰਨ ਦਾ ਮੌਕਾ ਮਿਲਦਾ ਆ। ਜਦੋਂ ਅਸੀਂ ਦੁਬਾਰਾ ਜਿੱਥੇ ਉਹਦੀ ਐਲੀਜੀਬਿਲਟੀ ਬਣਦੀ ਹੋਊਗੀ, ਜਿਸ ਕੰਟਰੀ ਦੇ ਵਿੱਚ ਉਹਦੀ 50-52% ਦੇ ਨਾਲ, ਉੱਥੇ ਜਦੋਂ ਐਪਲੀਕੇਸ਼ਨ ਫਾਰਮ ਆਉਂਦਾ ਉਹਦੇ ਵਿੱਚ ਇੱਕ ਮੈਂਸ਼ਨ ਕਾਲਮ ਹੁੰਦਾ ਕਿ ਆਰ ਯੂ ਅਪਲਾਈਡ ਬਿਫੋਰ ਇਨ ਐਨੀ ਕੰਟਰੀ ਔਰ ਦਿਸ ਕੰਟਰੀ, ਕਿ ਤੁਸੀਂ ਇਸ ਕੰਟਰੀ ਵਿੱਚ ਜਾਂ ਕਿਸੇ ਹੋਰ ਕੰਟਰੀ 'ਚ ਪਹਿਲਾਂ ਵੀਜ਼ਾ ਅਪਲਾਈ ਕੀਤਾ। ਉਹ ਲਿਖੇਗਾ ਯੈਸ, ਫਿਰ ਉਹ ਕਹੇਗਾ ਰੀਜ਼ਨ ਆਫ ਰਿਫਿਊਜ਼ਲ। ਹੁਣ ਉਸ ਏਜੰਟ ਨੇ ਇੱਧਰੋਂ ਅੰਬੈਸੀ ਨੂੰ ਦਿੱਤੇ ਸੀ ਡਾਕੂਮੈਂਟ ਐਡਿਟ ਕਰਕੇ, ਬੱਚੇ ਨੂੰ ਦੇਤੀ ਰਿਫਿਊਜ਼ਲ ਐਡਿਟ ਕਰਕੇ, ਕਿਉਂਕਿ ਉਸ ਰਿਫਿਊਜ਼ਲ ਦੇ ਉੱਤੇ ਜਦੋਂ 10 ਸਾਲ ਲਿਖਿਆ ਆ ਗਿਆ ਤੇ ਨਿਆਣੇ ਨੇ ਤੇ ਉਹ ਆਪੇ ਉਹਦੀ ਜਾਨ ਲੈਣੀ ਹੈ ਨਾ ਏਜੰਟ ਦੀ। ਤੇ ਉਸ ਕਰਕੇ ਜਦੋਂ ਉਸ ਬੱਚੇ ਦੇ ਉੱਤੇ ਆ ਚੀਜ਼ ਸਾਹਮਣੇ ਉਹਦੇ ਆਣੀ ਆ, ਅੱਗੇ ਇੱਕ ਅੰਬੈਸੀ ਦੇ ਵਿੱਚੋਂ ਬੈਨ ਸੀ, ਫਿਰ ਦੂਜੀ 'ਚੋਂ ਵੀ ਬੈਨ ਹੋਣਾ ਵਾ, ਕਿਉਂਕਿ ਪਹਿਲਾਂ ਤੇ ਉਹਨੇ ਤੇ ਆਪਣੇ ਐਂਡ ਤੋਂ ਸਹੀ ਇਨਫੋਰਮੇਸ਼ਨ ਦਿੱਤੀ ਸੀ, ਦੂਸਰੀ ਵਾਰੀ ਵੀ ਉਹਨੇ ਆਪਣੇ ਵੱਲੋਂ ਸਹੀ ਦਿੱਤੀ, ਲੇਕਿਨ ਉਹਦੇ ਕੋਲ ਸੀਗੀ ਨਹੀਂ ਤੇ ਅੰਬੈਸੀ ਨੇ ਕਹਿਣਾ ਤੂੰ ਫਾਲਸ ਇਨਫੋਰਮੇਸ਼ਨ ਦਿੱਤੀ ਹੈ, ਤੇਰਾ ਵੀਜ਼ਾ ਰਿਫਿਊਜ਼ ਹੋਇਆ ਸੀ ਫਲਾਨੀ ਗਾਈਡਲਾਈਨ ਦੇ ਅੰਦਰ, ਤੂੰ ਫਲਾਣਾ ਦੱਸਿਆ। ਤੁਹਾਨੂੰ ਇੱਥੇ ਪ੍ਰੋਪਰ ਸਮਝ ਲੱਗਦੀ ਹੈ? ਹਾਂਜੀ ਹਾਂਜੀ, ਬਹੁਤ ਵਧੀਆ ਲੱਗਦੀ ਹੈ ਜੀ। ਪਰ ਇਹ ਤਾਂ ਬੜੀ ਇੰਗਲਿਸ਼ ਆ ਔਰ ਟਫ ਇੰਗਲਿਸ਼ ਹੈਗੀ ਹੈ। ਨਹੀਂ ਮੈਮ ਹੈਗੇ ਆ ਜੀ, ਉਹ ਪੂਰਾ ਵਧੀਆ ਗਾਈਡ ਕਰਦੇ ਆ। ਜੀ ਜੀ। ਔਰ ਬਾਕੀ ਸਟੂਡੈਂਟਸ ਨੂੰ ਕੀ ਕਹਿਣਾ ਚਾਹੁੰਦੇ ਆਪਣੇ ਦੋਸਤਾਂ ਮਿੱਤਰਾਂ ਨੂੰ? ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਮੈਂ ਇੱਥੇ ਪੀਟੀ ਦੀਆਂ ਕਲਾਸਾਂ ਲੈਣਾ ਜੀ, ਜੇ ਕਿਸੇ ਨੇ ਮੰਨ ਲਓ ਹੈ ਨਾ ਪੀਟੀ ਕਰਨੀ ਤੇ ਇੱਥੇ ਵਧੀਆ ਹੈ ਸਿਸਟਮ। ਕਾਨੂੰਨ ਦੀ ਭਾਸ਼ਾ ਇਹਨੂੰ 400 ਵੀ ਕਹਿੰਦੇ ਤੇ ਤੁਹਾਡੀ ਭਾਸ਼ਾ 'ਚ ਕੀ ਕਹਿੰਦੇ ਆ? 328 ਲੱਗ ਜਾਂਦੀ ਬੱਚੇ ਦੀ। ਕਿੰਨੀ? 328। 328 ਹਾਂ। ਓਕੇ।
320 ਦੇ ਅੰਡਰ ਫਿਰ ਤੁਸੀਂ ਕਿਸੇ ਕੰਟਰੀ 'ਚ ਜੋ ਵੀ ਲਿਮਿਟ ਹੈਗੀ ਆ ਟਾਈਮਿੰਗ ਦੇ ਵਿੱਚ ਨਹੀਂ ਜਾ ਦੀ ਸਕਦੇ। ਰੇਟ ਦੇ ਵਿੱਚ ਮੈਂ ਜੋ ਦੇਖਿਆ ਪਿਛਲੇ 4-5 ਦਿਨ ਪੁਰਾਣੀ ਗੱਲ ਆ, ਮੈਂ ਕਿਸੇ ਬੈਂਕ ਦੇ ਵਿੱਚ ਸੀਗਾ, ਬੈਂਕ ਦਾ ਮੈਂ ਨਾਮ ਨਹੀਂ ਲਵਾਂਗਾ, ਉਹਦੇ ਵਿੱਚ ਲੋਨ ਲੈਟਰਸ ਨੂੰ ਲੈ ਕੇ ਤੇ ਉੱਥੇ ਕਾਰਵਾਈ ਚੱਲ ਰਹੀ ਸੀ ਜੀ ਪੇਰੈਂਟਸ ਵੱਲੋਂ ਜੀ। ਬੱਚਿਆਂ ਨੂੰ ਲੋਨ ਲੈਟਰਾਂ ਸੈਂਕਸ਼ਨ ਕੀਤੀਆਂ ਹੋਈਆਂ ਸੀ, ਡਿਸਪਰਸਮੈਂਟ ਫੇਕ ਲੋਨ ਲੈਟਰਾਂ ਸੀ ਉਹ ਬੇਸਿਕਲੀ। ਇੱਕ ਮੈਨੇਜਰ ਨੇ ਆਪਣੇ ਬਿਹਾਫ ਦੇ ਉੱਤੇ ਲੋਨ ਲੈਟਰਾਂ ਜਿਹੜੀਆਂ ਸੀਗੀਆਂ ਉਹ ਕੱਲੀਆਂ ਪ੍ਰਿੰਟ ਕਰਕੇ ਪ੍ਰਿੰਟ ਆਊਟ ਦੇ ਦਿੱਤੇ ਬੱਚਿਆਂ ਨੂੰ, ਅੰਬੈਸੀ ਦੇ ਵਿੱਚ ਉਹ ਸ਼ੋਅ ਹੋਈਆਂ, ਬੱਚਿਆਂ ਦੀਆਂ 320 ਲੱਖ ਕੇ ਆਈਆਂ, ਕਿਉਂਕਿ ਉਹ ਜੈਨੂਅਨਲੀ ਲੋਨ ਅਪਲਾਈਡ ਹੀ ਨਹੀਂ ਹੈ। ਜੀ ਜੀ ਬੱਚੇ ਦਾ ਕੈਰੀਅਰ ਖਤਮ ਹੋ ਗਿਆ ਜੀ। ਉਸ ਚੱਕਰ ਨੂੰ ਲੈ ਕੇ ਸ਼ਹਿਰ ਦੇ ਇੱਕ ਚੰਗੇ ਸ਼ਹਿਰ ਦੇ ਕੀ ਹਿੰਦੁਸਤਾਨ ਦੇ ਇੱਕ ਚੰਗੇ ਬੈਂਕ ਦੇ ਵਿੱਚ ਇਹ ਚੀਜ਼ ਚੱਲ ਰਹੀ ਸੀ। ਤੇ ਕਿੰਨੀ ਸ਼ਿਫਟਸ ਵਿੱਚ ਸਟੱਡੀ ਕਰਾਉਂਦੇ ਹੋ? सर यहाँ पे क्लासेस सुबह 9 to 6 का शिफ्ट होता है। जी। 3 शिफ्ट्स लगती हैं, सुबह 9 से 12 का है, 12 से 4 का है, 4 से 6, और समर में ये 7 बजे तक भी ओपन रहता है। ਇਸ ਟਾਈਮ ਸਰ ਆਪਾਂ ਗੱਲ ਕਰੀਏ ਕਪੂਰਥਲਾ ਦੀ ਕਿ ਇਸ ਟਾਈਮ ਕਿੰਨੇ ਸੈਂਟਰ ਜਿਹੜੇ ਅਪਰੂਵ ਚੱਲ ਰਹੇ ਆ? ਕਪੂਰਥਲਾ ਸਿਟੀ ਦੀ ਤੁਸੀਂ ਅਗਰ ਗੱਲ ਕਰਕੇ ਚੱਲੋ ਤੇ ਕਪੂਰਥਲਾ ਸਿਟੀ ਦੇ ਵਿੱਚ ਮੇਰੇ ਖਿਆਲ ਲਗਭਗ 240 ਤੋਂ 250 ਸੈਂਟਰ ਅਪਰੋਕਸੀਮੇਟਲੀ ਹੋਣਗੇ, ਜਿਹੜੇ ਕਪੂਰਥਲਾ ਡਿਸਟ੍ਰਿਕਟ ਦੇ ਆ। ਡਿਸਟ੍ਰਿਕਟ ਦੇ ਕਪੂਰਥਲਾ ਡਿਸਟ੍ਰਿਕਟ ਦੇ ਜਿਹੜੇ ਸੈਂਟਰ ਨੇ, ਅਗਰ ਸਿਰਫ ਕਪੂਰਥਲਾ ਸਿਟੀ ਦੀ ਗੱਲ ਕਰੀਏ ਤੇ ਸਿਟੀ ਦੇ ਵਿੱਚ ਲਗਭਗ 65 ਤੋਂ 70 ਸੈਂਟਰ ਅਜਿਹੇ ਹੋਣਗੇ ਜਿਹੜੇ ਕਿ ਅਪਰੂਵਡ ਸੈਂਟਰ ਇੱਥੇ ਸਿਟੀ ਦੇ ਅੰਦਰ ਚੱਲ ਰਹੇ ਨੇ, ਬਾਕੀ ਡਿਸਟ੍ਰਿਕਟ ਦੇ ਆ। ਪਲੱਸ ਇਸ ਤੋਂ ਇਲਾਵਾ ਨਾ ਦੋ ਤਰ੍ਹਾਂ ਦੀ ਕਾਊਂਟਿੰਗ ਹੁੰਦੀ ਆ। ਸੈਕਿੰਡ ਕਾਊਂਟਿੰਗ ਕੀ ਆ ਜਾਂਦੀ ਆ ਕਿ ਇੱਕ ਲਾਇਸੈਂਸ ਇਸ਼ੂਡ ਜਿਹਨੂੰ ਕਪੂਰਥਲਾ ਡੀਸੀ ਆਫਿਸ ਤੋਂ ਹੋਇਆ। ਸੈਕਿੰਡ ਹੁੰਦਾ ਕਿ ਸਾਡੀ ਸਿਟੀ ਦੇ ਵਿੱਚ ਹੀ ਸੈਂਟਰ ਖੁੱਲਿਆ, ਜਿਵੇਂ ਕਿ ਮੇਰਾ ਸੈਂਟਰ ਵੀ ਆ, ਹੈੱਡ ਆਫਿਸ ਸਾਡਾ ਜਲੰਧਰ ਹੈ, ਸੋ ਉਹਦੇ ਅਕੋਰਡਿੰਗਲੀ ਕੀ ਹੁੰਦਾ ਆ ਕਿ ਉਹ ਲਾਇਸੈਂਸਡ ਇਸ਼ੂਡ ਫਰੋਮ ਅਦਰ ਡਿਸਟ੍ਰਿਕਟ। ਇਹੋ ਜਿਹੇ ਵੀ 35-40 ਸੈਂਟਰ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਹੈਗੇ ਨੇ ਜਿਹੜੇ ਕਿ ਸੈਂਟਰ ਸ਼ਹਿਰ ਦੇ ਵਿੱਚ ਨੇ, ਲੇਕਿਨ ਉਹਨਾਂ ਦੇ ਲਾਇਸੈਂਸਡ ਜਿਹੜੇ ਇਸ਼ੂਡ ਨੇ ਉਹ ਦੂਸਰੀ ਜਗ੍ਹਾ ਤੋਂ ਆ। ਕਿਉਂਕਿ ਪੰਜਾਬ ਦੇ ਵਿੱਚ ਅਸੀਂ ਕਿਸੇ ਵੀ ਕੰਸਲਟੈਂਟ ਨੇ ਕਿਤੇ ਵੀ ਆਫਿਸ ਖੋਲ੍ਹਣਾ ਹੋਵੇ ਉਹਦਾ ਲਾਇਸੈਂਸ ਸੇਮ ਚੱਲਦਾ ਹੈ ਜਿਹੜੀ ਜਗ੍ਹਾ ਤੋਂ ਉਹਨੇ ਇਸ਼ੂ ਕਰਾਇਆ। ਜਿਹੜੀ ਸਿਟੀ ਦੇ ਵਿੱਚ ਜਾ ਕੇ ਜਾਂ ਜਿਹੜੇ ਪਿੰਡ ਦੇ ਵਿੱਚ ਜਾ ਕੇ ਜਾਂ ਜਿੱਥੇ ਵੀ ਜਾ ਕੇ ਉਹ ਸੈਂਟਰ ਖੋਲ੍ਹਦਾ ਹੈ ਪੰਜਾਬ ਦੇ ਅੰਦਰ, ਉੱਥੇ ਦੇ ਕੰਸਰਨਡ ਡਿਪਾਰਟਮੈਂਟ ਨੂੰ ਉਹਦੀ ਇਨਫੋਰਮੇਸ਼ਨ ਦੇਣੀ ਹੁੰਦੀ ਆ ਕਿ ਮੇਰਾ ਲਾਇਸੈਂਸ ਆ ਫਲਾਣੇ ਡਿਸਟ੍ਰਿਕਟ ਤੋਂ ਅਪਰੂਵਡ ਆ ਕਾਈਂਡਲੀ ਮੇਰਾ ਐਡਰੈਸ ਜਿਹੜਾ ਆ ਆਪਣੇ ਜ਼ਿਲ੍ਹੇ ਦੇ ਵਿੱਚ ਤੁਸੀਂ ਕਨਫਰਮ ਕਰ ਲਓ। ਤੁਸੀਂ ਇੱਥੇ ਸਟੱਡੀ ਕਰ ਰਹੇ ਹੋ, ਕਿਸ ਤਰ੍ਹਾਂ ਫੀਲ ਹੋ ਰਿਹਾ? ਬਹੁਤ ਵਧੀਆ ਫੀਲ ਹੁੰਦਾ, ਮੈਮ ਬਹੁਤ ਵਧੀਆ ਸਮਝਾਉਂਦੇ ਆ ਜੀ ਜੀ, ਤੇ ਸਮਝ ਆ ਜਾਂਦੀ ਪੂਰੀ। ਜਿਨ੍ਹਾਂ ਦੇ ਯਾਨੀ ਕਿ ਸਾਈਟਸ ਦੇ ਉੱਪਰ ਨਹੀਂ ਚੜਿਆ ਡੀਸੀ ਡਿਪਾਰਟਮੈਂਟ ਦੀ ਸਾਈਟ ਤੇ, ਇਹ ਫੇਰ ਘਪਲਾ ਹੋ ਰਿਹਾ ਇਸ ਟਾਈਮ? ਸਰ ਇਸ ਤਰ੍ਹਾਂ ਆ, ਜਿਨ੍ਹਾਂ ਦਾ ਡੀਸੀ ਡਿਪਾਰਟਮੈਂਟ ਦੀ ਸਾਈਟਸ ਦੇ ਉੱਤੇ ਨਹੀਂ ਚੜਿਆ ਕੁਝ ਵੀ, ਹੋ ਸਕਦਾ ਆ ਕਿ ਉਸ ਬੰਦੇ ਨੇ ਆ ਕੇ ਸੈਂਟਰ ਓਪਨ ਕੀਤਾ ਆ, ਸੈਂਟਰ ਓਪਨ ਕਰਕੇ ਉਹਨੇ ਇੱਕ ਡਾਕੂਮੈਂਟੇਸ਼ਨ ਜਿਹੜੀ ਆਪਣੀ ਬਣਦੀ ਸੀਗੀ ਉਹ ਡੀਸੀ ਆਫਿਸ ਸਬਮਿਟ ਕਰਵਾ ਚੁੱਕਾ ਆ, ਉਹਦੀ ਇੱਕ ਰਿਸੀਵਿੰਗ ਕਾਪੀ ਵੀ ਉਹਨੇ ਆਪਣੇ ਕੋਲ ਰੱਖੀ ਹੋਏਗੀ। ਹੁਣ ਡੀਸੀ ਆਫਿਸ ਨੇ ਉਹਨੂੰ ਉਹਦੇ ਉੱਤੇ ਅਪਡੇਟ ਕੀਤਾ ਹੋਇਆ ਜਾਂ ਨਹੀਂ ਕੀਤਾ ਹੋਇਆ ਇਹ ਡਿਪਾਰਟਮੈਂਟ ਦੱਸ ਸਕਦਾ ਆ, ਕਿਉਂਕਿ ਪ੍ਰਸ਼ਾਸਨ ਦਾ ਕੰਮ ਤੇ ਪ੍ਰਸ਼ਾਸਨ ਨੂੰ ਪਤਾ ਨਾ। ਹੁਣ ਮੈਂ ਇੱਕ ਸਿਟੀ ਦੇ ਵਿੱਚ ਜਾ ਕੇ ਸੈਂਟਰ ਖੋਲਦਾ ਆ, ਮੇਰਾ ਪਹਿਲਾ ਕੰਮ ਕੀ ਹੁੰਦਾ, ਹਜੇ ਉੱਥੇ ਰੈਨੋਵੇਸ਼ਨ ਵੀ ਨਹੀਂ ਚੱਲਦੀ ਪਈ। ਐਗਜ਼ਾਮਪਲ ਅਸੀਂ ਹਲੇ ਸਟਾਰਟ ਹੀ ਕੀਤਾ ਆ, ਓਨਰ ਦੇ ਨਾਲ ਗੱਲ ਕੀਤੀ, ਮੰਨ ਲਓ ਰੈਂਟਡ ਪਲੇਸ ਲੈ ਰਹੇ ਹਾਂ, ਸੋ ਉਹਦੇ ਵਿੱਚ ਸਭ ਤੋਂ ਪਹਿਲਾ ਕੰਮ ਕੀ ਹੈ ਕਿ ਉੱਥੇ ਜਾ ਕੇ ਇੰਟੀਮੇਟ ਕਰਨਾ, ਕਿਉਂਕਿ ਇਸ ਪ੍ਰੋਸੈਸ ਨੂੰ ਕਿਸੇ ਵੇਲੇ 10 15 20 ਦਿਨ ਵੀ ਲੱਗ ਜਾਂਦੇ, ਕਿਸੇ ਵੇਲੇ ਮਹੀਨਾ ਵੀ ਹੋ ਸਕਦਾ। ਸੋ ਸੈਂਟਰ ਓਪਨ ਹੋਣ ਤੋਂ ਪਹਿਲਾਂ ਉਹ ਚੀਜ਼ ਹੋਣੀ ਚਾਹੀਦੀ ਆ। ਸੋ ਉਸ ਤੋਂ ਬਾਅਦ ਅਸੀਂ ਆਪਣੀ ਰਿਸੀਵਿੰਗ ਲੈ ਲਈ, ਡੀਸੀ ਆਫਿਸ ਨੇ ਸਟੈਂਪ ਲਾ ਕੇ ਦੇ ਦਿੱਤੀ ਕਿ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਸਾਡੇ ਕੋਲ ਆ ਗਈ ਆ। ਹੁਣ ਉਹਨੂੰ ਉਹ ਅਪਡੇਟ ਕਰੇ ਨਾ ਕਰੇ, ਸਾਡੇ ਕੋਲ ਰਿਟਨ ਸਰਕਾਰੀ ਸਟੈਂਪ ਦੇ ਨਾਲ ਉਹ ਡਾਕੂਮੈਂਟ ਹੈਗਾ। ਜੀ ਜੀ, ਇਹ ਚੀਜ਼ ਹੈ, ਸੋ ਉਹਦੇ ਵਿੱਚ ਅਸੀਂ ਗਲਤ ਨਹੀਂ ਹੁੰਦੇ। ਜੀ ਜੀ, ਤੁਹਾਨੂੰ ਕੀ ਮਹਿਸੂਸ ਹੋ ਰਿਹਾ ਬਾਕੀ ਸੈਂਟਰਸ ਨਾਲੋਂ ਇੱਥੇ? ਸਰ ਇੱਥੇ ਵਧੀਆ ਪੜ੍ਹਾਇਆ ਜਾਂਦਾ, ਸਾਰੇ ਟੀਚਰ ਬਹੁਤ ਵਧੀਆ ਪੜ੍ਹਾਉਂਦੇ ਆ, ਸਟਾਫ ਸਾਰਾ ਵਧੀਆ ਸਰ ਇਹਨਾਂ ਦਾ। ਜੀ ਜੀ, ਤੁਸੀਂ ਇਸ ਸੈਂਟਰ ਨੂੰ ਚੂਜ਼ ਕੀਤਾ, ਕੀ ਕਾਰਨ? ਕਿਉਂਕਿ ਇੱਥੇ ਆਇਲਸ ਬਹੁਤ ਵਧੀਆ ਕਰਵਾਉਂਦੇ ਆ। ਕਿੰਨੇ ਗਿਆ? ਮੇਰੀ ਫਰੈਂਡਸ ਨੇ ਰეკਮੈਂਡ ਕੀਤਾ ਸੀ। ਜੀ ਜੀ, ਹਾਂਜੀ। ਔਰ ਜਿਨ੍ਹਾਂ ਦੀ ਇਸ ਟਾਈਮ ਕਪੂਰਥਲੇ ਕੁਝ ਪਾਰਟਸ ਹੈਗੇ, ਜਿੱਦਾਂ ਚਬੱਤੀਆ ਚੌਂਕ ਹੋ ਗਿਆ ਜਾਂ ਰਮਨੀਕ ਹੋਟਲ ਲਾਗੇ ਛਾਗੇ, ਕਈਆਂ ਨੇ ਘਰਾਂ ਦੇ ਵਿੱਚ ਹੀ 15 ਸਾਲ 20 ਸਾਲ ਤੋਂ ਕੰਮ ਕਰ ਰਹੇ, ਕਈਆਂ ਨੇ ਆਪਣੇ ਚੁਬਾਰਿਆਂ ਦੇ ਉੱਪਰ ਇੱਕ ਚੁਬਾਰੇ ਦੇ ਟਪੂਸੀ ਮਾਰ ਕੇ ਦੂਜੇ ਚੁਬਾਰੇ ਜਾ ਕੇ ਬਹਿ ਗਏ ਆ। ਇਨ ਕੇਸ ਬੱਚੇ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਆ, ਉਹ ਫਿਰ ਕਿੱਥੇ ਲੱਭੂਗਾ? ਕਿਉਂਕਿ ਉਹਨੇ ਐਡਰੈਸ ਚੇਂਜ ਕਰਕੇ ਦੂਜੇ ਪਾਸੇ ਬਹਿ ਗਿਆ ਤੇ ਡੀਸੀ ਸਾਈਟ ਤੇ ਨਹੀਂ ਚੜੀ ਗਈ। ਸਰ ਡੀਸੀ ਸਾਈਡ ਵਾਲੀ ਗੱਲ ਤੇ ਮੈਂ ਉਹੀ ਤੁਹਾਨੂੰ ਪਹਿਲਾਂ ਹੀ ਦੱਸੀ ਹੈ, ਜਿਹੜੀ ਉਹੀ ਹੋਏਗੀ। ਸੈਕੰਡਲੀ ਜਿਹੜੇ ਘਰਾਂ ਦੇ ਵਿੱਚ ਇੰਸਟੀਚਿਊਟ ਚੱਲ ਰਹੇ ਆ, ਅੱਜ ਇੱਕ ਘਰ ਦੇ ਵਿੱਚ ਆ, ਕੱਲ ਨੂੰ ਉਹ ਦੂਸਰੇ ਘਰ ਦੇ ਵਿੱਚ ਸ਼ਿਫਟ ਹੁੰਦਾ, ਪਰਸੋਂ ਤੀਸਰੇ ਘਰ ਦੇ ਵਿੱਚ ਚੱਲ ਜਾਂਦਾ ਆ। ਉਹਦੇ ਵਿੱਚ ਤੇ ਇੱਕੋ ਚੀਜ਼ ਪ੍ਰਸ਼ਾਸਨ ਨੂੰ ਵੀ ਚੈੱਕ ਕਰਨੀ ਚਾਹੀਦੀ ਹੈ ਕਿ ਕੀ ਉਹ ਜਿੱਥੇ ਸੈਂਟਰ ਚੱਲ ਰਿਹਾ ਵਾ ਉਹ ਰੈਜ਼ੀਡੈਂਸ਼ੀਅਲ ਹੈ ਕਿ ਕਮਰਸ਼ੀਅਲ ਹੈ।
ਜੀ ਜੀ ਉੱਥੋਂ ਹੀ ਉਹ ਚੀਜ਼ ਕਲੀਅਰ ਹੋ ਜਾਂਦੀ ਹੈ। ਮੈਮ ਤੁਸੀਂ ਇੱਥੇ ਟੀਚਰ ਹੋ हाँ जी सर। ਔਰ ਕਿੰਨੀ ਸ਼ਿਫਟਸ ਵਿੱਚ ਤੁਸੀਂ ਇੱਥੇ ਪੜ੍ਹਾਉਂਦੇ ਬੱਚਿਆਂ ਨੂੰ? सर अभी तो लाइक 9 to 2 मैं यहाँ पे पढ़ाती हूँ ਜੀ एंड मेरी दो क्लासेस मेरी मैं उनको टीच करती हूँ जी, आर्टिस्ट जी। हाँ जी। ਔਰ ਬੱਚਿਆਂ ਦੇ ਜਿਹੜੇ ਸਵਾਲ ਹੁੰਦੇ ਆ, ਉਲਝਣ ਹੁੰਦੀ ਆ, ਤੁਸੀਂ ਕਿੱਦਾਂ ਦੂਰ ਕਰਦੇ ਹੋ? हाँ जी सर, हम बेसिक्स पे जाने की कोशिश करते हैं, लेकिन क्योंकि जैसे कई बच्चे होते हैं उनको ग्रामर में थोड़ी प्रॉब्लम आती है, कई बच्चे होते हैं उनको सेंटेंस फॉर्मेशन में प्रॉब्लम आती है, कई बच्चे होते हैं उनको स्पीकिंग में प्रॉब्लम आती है, तो हम बेसिक में जाके पहले हम उनका जो बेसिक है वो स्ट्रॉन्ग करते हैं, क्योंकि जब बेसिक स्ट्रॉन्ग नहीं होगा तो हम आगे जो है क्वेश्चंस तो कहीं से भी आ सकते हैं, तो सो वी वांट देम टू बी वेरी कॉन्फिडेंट अबाउट व्हाट दे आर सेइंग एंड वी वांट कि उनकी जो फाउंडेशन है दैट शुड बी very strong. So that is why it's like we like to develop them in every aspect of English, and we also try to maintain a very good balance between discipline and also self belonging in this institute. ਜੀ ਜੀ ਔਰ ਤੁਸੀਂ ਕਹਿਣਾ ਚਾਹੁੰਦੇ ਕਿ ਇਹ ਫਿਊਚਰ ਵਾਸਤੇ ਬੈਸਟ ਪੁਆਇੰਟ ਆ? हाँ जी, I would definitely say, because as I have mentioned before कि we try to maintain a balance that हम अपनापन भी देते हैं हम बच्चों को. It's not a school basically, it's a institute, और ये कोई स्कूल के बच्चे नहीं हैं. We are not like teachers, we just try to be friendly with them, but we also try to maintain the decorum in the class, we also try to maintain the discipline in the class, so we just try to maintain the balance between the two. ਔਰ ਤੁਸੀਂ ਇਹਨਾਂ ਦੇ ਵਿਚਾਰ ਦੇਖੇ ਸੁਣੇ ਔਰ ਕਿੰਨੇ ਸਪਸ਼ਟਵਾਦੀ ਗੱਲਾਂ ਬਾਤਾਂ ਗਈਆਂ, ਔਰ ਜੋ ਵੀ ਆ ਬੱਚੇ ਗੁੰਮਰਾਹ ਹੋ ਜਾਂਦੇ ਆ, ਆਪਣਾ ਟਾਊਨ ਛੱਡ ਕੇ ਅਲੱਗ ਦੂਰ ਜਾ ਕੇ ਕੰਮ ਕਰਾਉਣਾ ਚਾਹੁੰਦੇ ਔਰ ਬਾਅਦ 'ਚ ਰੋਂਦੇ ਪਛਤਾਉਂਦੇ ਆ, ਕਿਰਪਾ ਕਰਕੇ ਇੱਥੇ ਆਓ, ਆ ਕੇ ਇਹਨਾਂ ਕੋਲੋਂ ਜ਼ਰੂਰ ਇਨਫੋਰਮੇਸ਼ਨ ਲਵੋ। ਮੈਂ ਸੌਰਵ ਮੜੀਆ, 19 ਨਿਊਜ਼ ਟੀਵੀ ਨਾਲ ਰਣਜੀਤ ਕੌਰ ਕਪੂਰਥਲਾ।